एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। साध संगत जी, शब्द है धन धन गुरु अर्जन देव पातशाह पंजवीं पातशाही। आपे किया कराया आपे करने जोग, नानक के को रवरिया दूसर होआ ना हो। भावार्थ है, इस सृष्टि दे विच जो भी हो रहा है वो परम पिता परमेश्वर कर रहा है। जो अज हो रहा है वो भी उसदा हुक्म है, जो अगे चल के होएगा ये भी उसका हुक्म है। वो सारे जीव जंतु दी पालना करता है, पशु पक्षी सारियां दी पालना करता है। नानक कहते ने इस सृष्टि दे विच सिर्फ वही करन वाला है और उहदे करके ही सब कुछ हो रहा है। इस सृष्टि की रचना भी उसने की, ब्रह्मा विष्णु महेश की उत्पत्ति भी उसने की। कारण की सृष्टि की रचना करने से धन धन गुरु अर्जन देव पातशाह का यह वाक है। एवं कथा है गुरु नानक देव पातशाह दी। गुरुद्वारा साहिब मजनू का टिला, जद उथे गुरु नानक देव मरदाना ना आए ते उथे उन्होंने गुरबाणी का प्रचार किया। शाम का समय से परमात्मा की भगती दे विच लीन सी। उन्होंने सुनिया किसी रोण की आवाज़ नूं। उन्होंने जद महसूस किया भी कोई जोर जोर दा रो रहा है ते उन्होंने साहिब श्री गुरु नानक देव पातशाही ने मरदाना नूं भेजिया। मरदाना जा देखिया ये कौन विलाप कर रहा है, कौन उच्ची उच्ची रो रहा है। मरदाना गया, आके साहिब गुरु नानक देव पातशाह नूं उन्होंने सारी गल दसी कि साहिब ये पातशाह उथे हाथी दा महावत है, वो जोर जो रो रहा है क्योंकि हाथी मर चुका है और वो हाथी राजा नूं बहुत प्रिय सी। राजा उस हाथी नूं बहुत प्यार करदा सी, उहदे उपर ही सवारी वो करदा सी। ये कथा गुरुद्वारा साहिब दिल्ली मजनू टिले की कथा है। साहिब गुरु नानक देव पातशाह जदों दे कोल गए, उन्होंने कहा भी मरना जीवन ते प्रभु दे हाथ च है, जे वो चला गया ते तू क्यों रो रहा है। उस महावत ने कहा ये राजा दा प्रिय सी, जे उन्होंने पता लगेगा कि मेरा प्रिय हाथी मर गया है तो वो मैनू पता नहीं केड़ी सजा देगा, मैं उस डर के रो रहा हाँ। साहिब गुरु नानक देव पातशाह ने बहुत उसनों समझाया पर वो मनन नूं तैयार नहीं, वो तो रो ही जांदा सी। फिर गुरु नानक देव पातशाह ने
ਅਕਾਲ ਪੁਰਖ ਨੂੰ ਅਰਦਾਸ ਬੇਨਤੀ ਕੀਤੀ, ਜੋਦੜੀ ਕੀਤੀ, ਇਹ ਅਕਾਲ ਪੁਰਖ ਕਿਰਪਾ ਕਰ, ਇਸ ਮਹਾਵੱਦਾ ਹਾਥੀ ਨੇ ਸਾਹ ਛੋੜ ਦਿੱਤੇ ਨੇ ਤੇ ਆਪ ਜੀ ਕਿਰਪਾ ਕਰੋ, ਕਿਰਪਾ ਕਰੋ। ਅਰਦਾਸ ਕਰਨ ਦੀ ਕੁਛ ਹੀ ਦੇਰ ਸੀ ਕਿ ਹਾਥੀ ਜਿੰਦਾ ਹੋ ਕੇ ਖੜਾ ਹੋ ਗਿਆ। ਇਹ ਦੇਖ ਕੇ ਮਹਾਵਤ ਬਹੁਤ ਖੁਸ਼ ਹੋਇਆ ਤੇ ਸਾਹਿਬ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਗਿਰ ਗਿਆ। ਉਸਨੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ। ਇਹ ਗੱਲ ਥੋੜੀ ਦੇਰ ਨੂੰ ਰਾਜਾ ਕੋਲ ਪਹੁੰਚ ਗਈ ਕਿ ਮੇਰਾ ਹਾਥੀ ਜਿਹੜਾ ਮਰ ਗਿਆ ਸੀ, ਕਿਸੇ ਸਾਧੂ ਸੰਤ ਨੇ ਉਸ ਨੂੰ ਦੁਬਾਰਾ ਜਿੰਦਾ ਕਰ ਦਿੱਤਾ। ਰਾਜਾ ਇਹ ਦੇਖਣਾ ਚਾਹੁੰਦਾ ਸੀ ਕਿ ਉਹ ਕੌਣ ਸਾਧੂ ਹੈ। ਉਹ ਨਹੀਂ ਜਾਣਦਾ ਸੀ ਸਰਵ ਵਿਆਪੀ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸੀ ਤੇ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਕੋ ਗਏ। ਉਹਨਾਂ ਨੇ ਉਹਨਾਂ ਨੂੰ ਸਤਿਕਾਰ ਕੀਤਾ ਉਹਨਾਂ ਦਾ ਤੇ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਕਿਵੇਂ ਕੀਤਾ? ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ, ਕਰਨ ਵਾਲਾ ਤੇ ਉਹ ਕਰਤਾਰ ਹੈ, ਮੈਂ ਤੇ ਸਿਰਫ ਅਰਦਾਸ ਕੀਤੀ। ਪੂਰੀ ਸ੍ਰਿਸ਼ਟੀ ਨੂੰ ਉਹੀ ਚਲਾ ਰਿਹਾ ਹੈ, ਉਹੀ ਕਰਦਾ ਹੈ। ਤੁਹਾਡਾ ਮਹਾਵਤ ਰੋ ਰਿਹਾ ਸੀ, ਬਹੁਤ ਦੁਖੀ ਸੀ ਤੇ ਮੈਂ ਅਰਦਾਸ ਕੀਤੀ। ਉਸ ਅਕਾਲ ਪੁਰਖ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ। ਇਹ ਵੀ ਕਹਿੰਦੇ ਨੇ ਕਿ 24 ਘੰਟੇ ਦੇ ਵਿੱਚ ਇੱਕ ਸਮਾਂ ਐਵੇਂ ਦਾ ਆਉਂਦਾ ਹੈ, ਸਾਰੇ ਮਨੁੱਖਾਂ ਦੀ ਇੱਕ ਵਾਰ ਤੇ ਉਹ ਬੇਨਤੀ ਪ੍ਰਵਾਨ ਕਰਦਾ ਹੈ, ਪਰ ਉਹ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸੇ। ਰਾਜਾ ਨੇ ਕਿਹਾ, ਤੇਰੀ ਅਰਦਾਸ ਨਾਲ ਫਿਰ ਮਰ ਸਕਦਾ ਹੈ। ਗੁਰੂ ਨਾਨਕ ਦੇਵ ਸੋਚਣ ਲੱਗੇ ਵੀ ਇਹ ਕਿਵੇਂ ਦੀ ਗੱਲਾਂ ਕਰ ਰਿਹਾ ਹੈ, ਇਹ ਕਿਵੇਂ ਦੀ ਗੱਲਾਂ ਕਰ ਰਿਹਾ ਹੈ। ਲੇਕਿਨ ਉਹ ਜਿੱਤ ਅੜ ਗਿਆ। ਇਹ ਫਕੀਰ ਤੂੰ ਕਰ ਅਰਦਾਸ, ਮੈਂ ਦੇਖਣਾ ਚਾਹਨਾ ਕਿ ਤੇਰੀ ਅਰਦਾਸ ਦੀ ਇੰਨੀ ਤਾਕਤ ਕਿ ਇਹ ਮਰਨ ਤੇ ਉਪਰਾਂਤ ਜਿੰਦਾ ਹੋ ਗਿਆ। ਮੈਂ ਦੇਖਣਾ ਚਾਹੁੰਦਾ ਵਾਂ ਉਹ ਪਰਮ ਪਿਤਾ ਪਰਮੇਸ਼ਵਰ ਤੇਰੀ ਅਰਦਾਸ ਕਿਵੇਂ ਪ੍ਰਵਾਨ ਕਰਦਾ ਹੈ, ਮੈਂ ਦੇਖਣਾ ਚਾਹੁੰਦਾ ਵਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ, ਇਹ ਨਹੀਂ ਹੋ ਸਕਦਾ, ਕਿਉਂਕਿ ਇਸ ਸ੍ਰਿਸ਼ਟੀ ਵਿੱਚ ਉਹਦਾ ਹੁਕਮ ਸੀ, ਉਹੀ ਹੁਕਮ ਕਰਦਾ ਹੈ। ਆਪੇ ਕਿਆ ਕਰਾਇਆ ਆਪੇ ਕਰਨੇ ਜੋਗ, ਇਹ ਉਹਦਾ ਹੀ ਜੋਗ ਹੈ, ਉਹੀ ਕਿਹਾ ਉਸਨੇ, ਮੈਂ ਅਰਦਾਸ ਕਰ ਦਿੱਤੀ। ਹੁਣ ਕੁਛ ਨਹੀਂ ਹੋ ਸਕਦਾ। ਪਰ ਰਾਜਾ ਤੇ ਰਾਜਾ ਸੀ, ਉਹ ਜਿੱਦ ਕਰਨ ਲੱਗ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੋਚਿਆ, ਇਹ ਸ਼ਾਇਦ ਉਸ ਸਰਵਵਿਆਪੀ ਰਾਮ ਦਾ ਹੁਕਮ ਹੈ। ਉਸਨੇ ਅੱਖਾਂ ਮੀਚ ਲਈ, ਫਿਰ ਅਰਦਾਸ ਕੀਤੀ। ਹਾਥੀ ਮਰ ਗਿਆ, ਹਾਥੀ ਫਿਰ ਮਰ ਗਿਆ। ਰਾਜਾ ਨੇ ਦੇਖਿਆ ਵੀ ਇਸ ਫਕੀਰ ਦੀ ਅਰਦਾਸ ਬੇਨਤੀ ਜੋਦੜੀ ਵਿੱਚ ਇੰਨੀ ਸ਼ਕਤੀ। ਉਹ ਹੈਰਾਨ ਹੋਏ ਤੇ ਉਹਦੇ ਚਰਨਾਂ ਵਿੱਚ ਗਿਰ ਗਏ। ਉਹ ਰਾਜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਗਿਰ ਗਿਆ।
ਕੁਝ ਸਮੇਂ ਬਾਅਦ ਜਦ ਉਸ ਨੂੰ ਫਿਰ ਹੋਸ਼ ਆਇਆ ਵੀ ਉਹਦਾ ਹਾਥੀ ਬਹੁਤ ਪਿਆਰਾ ਸੀ, ਇੱਕ ਪ੍ਰਕਾਰ ਦਾ ਉਸਨੇ ਤੇ ਮਜ਼ਾਕ ਹੀ ਸੋਚ ਲਿਆ ਕਿ ਬਸ ਮਾਰੋ, ਅਰਦਾਸ ਨਾ ਜਿੰਦਾ ਕਰੋ, ਫਿਰ ਮਾਰੋ, ਫਿਰ ਜਿੰਦਾ ਕਰੋ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਹੁਣ ਨਹੀਂ ਹੋ ਸਕਦਾ। ਇਹ ਵੀ ਉਹਦਾ ਹੁਕਮ ਸੀ ਕਿ ਇੱਕ ਵਾਰ ਮੈਂ ਇਹਨੂੰ ਜਿੰਦਾ ਕਰਨਾ ਸੀ। ਅਰਦਾਸ ਦੇ ਰਾਹੀਂ ਇਹ ਜਿੰਦਾ ਹੋ ਗਿਆ। ਹੋ ਸਕਦਾ ਸੀ ਉਸ ਅਰਦਾਸ ਦੀ ਕੌਤਕ ਤੂੰ ਦੇਖ ਸਕਦਾ। ਤੂੰ ਹੈ ਪੂਰੀ ਜ਼ਿੰਦਗੀ ਹੁਣ ਇਸ ਗੱਲ ਨੂੰ ਭੁੱਲੇਗਾ ਨਹੀਂ ਤੇ ਉਸ ਪਰਮ ਪਿਤਾ ਤੋਂ ਡਰੇਗਾ ਤੇ ਚੰਗੇ ਕਰਮ ਕਰੇਗਾ ਜੀਵਨ ਦੇ ਵਿੱਚ। ਹੁਣ ਇਹ ਜਿੰਦਾ ਨਹੀਂ ਹੋ ਸਕਦਾ, ਭਾਵੇਂ ਮੈਂ ਅਰਦਾਸ ਕਰਾਂਗਾ ਇਹ ਜਿੰਦਾ ਨਹੀਂ ਹੋਏਗਾ। ਇਸ ਹਾਥੀ ਦਾ ਸਮੇਂ ਆ ਗਿਆ ਸੀ, ਇਸ ਨੂੰ ਜਾਣਾ ਸੀ, ਪਰ ਮੈਂ ਤੇ ਮਹਾਵਤ ਦੇ ਰੋਣ ਕਰਕੇ ਵਿਲਾਪ ਕਰਕੇ ਉਸ ਹਾਥੀ ਨੂੰ ਜਿੰਦਾ ਕੀਤਾ। ਦੂਜੀ ਵਾਰ ਤੂੰ ਫਿਰ ਮੈਨੂੰ ਜ਼ੋਰ ਕੀਤਾ ਕਿ ਹਾਥੀ ਨੂੰ ਮਾਰ ਕੇ ਦਿਖਾਓ। ਤੇ ਵੀ ਉਸ ਅਕਾਲ ਪੁਰਖ ਸਰਵ ਵਿਆਪੀ ਰਾਮ ਦਾ ਹੁਕਮ ਹੈ। ਮੈਂ ਫਿਰ ਅਰਦਾਸ ਕੀਤੀ, ਹਾਥੀ ਮਰ ਗਿਆ। ਮੈਂ ਤੇ ਸਿਰਫ ਉਸ ਮਹਾਵਤ ਨੂੰ ਬਚਾਉਣਾ ਸੀ ਕਿਤੇ ਤੂੰ ਇਹਦੇ ਨਾਲ ਗੁੱਸਾ ਨਾ ਹੋ ਜਾਏ ਔਰ ਇਹਨੂੰ ਕੋਈ ਸਜ਼ਾ ਨਾ ਦੇ, ਕਿਉਂਕਿ ਮਹਾਵਤ ਵੀ ਮੈਨੂੰ ਇਹ ਕਹਿ ਰਿਹਾ ਸੀ ਕਿ ਰਾਜਾ ਕ੍ਰੋਧ ਕਰੇਗਾ ਤੇ ਮੈਨੂੰ ਸਜ਼ਾ ਦੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਕਿ ਉਹਦਾ ਹੁਕਮ ਸੀ ਅਕਾਲ ਪੁਰਖ ਦਾ, ਤਾਂ ਹੀ ਉਹਦੇ ਕੋਲ ਕਾਲ ਆਇਆ। ਉਸ ਦਾ ਮਰਨਾ ਨਿਸ਼ਚਿਤ ਸੀ, ਉਸ ਦਾ ਮਰਨਾ ਨਿਸ਼ਚਿਤ ਸੀ। ਲੇਕਿਨ ਮੈਨੂੰ ਦਇਆ ਆ ਗਈ। ਕਹਿੰਦੇ ਨੇ ਕਾਲ ਨੂੰ ਕੋਈ ਰੋਕ ਨਹੀਂ ਸਕਦਾ। ਇਹ ਸਭ ਉਸ ਸਰਵ ਵਿਆਪੀ ਰਾਮ ਦਾ ਹੁਕਮ ਹੁੰਦਾ ਹੈ, ਉਸ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ। ਉਹ ਆਪ ਕਰਾਂਦਾ ਹੈ ਸਭ ਕੁਝ। ਇਸ ਸ੍ਰਿਸ਼ਟੀ ਦੇ ਵਿੱਚ ਜੋ ਹੋ ਰਿਹਾ ਹੈ ਉਹ ਕਰ ਰਿਹਾ ਹੈ। ਤਾਂ ਹੀ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਬਦ ਵਿੱਚ ਉਚਾਰਨ ਕੀਤਾ ਹੈ, ਆਪੇ ਕੀਆ ਕਰਾਇਆ ਆਪੇ ਕਰਨੇ ਜੋਗ, ਨਾਨਕ ਏਕੋ ਰਵ ਰਿਹਾ ਦੂਸਰ ਹੋਆ ਨਾ ਹੋਗ। ਇਸ ਸੰਸਾਰ ਵਿੱਚ ਜੋ ਹੋ ਰਿਹਾ ਹੈ ਸ੍ਰਿਸ਼ਟੀ ਵਿੱਚ, ਉਹ ਸਰਵ ਵਿਆਪੀ ਰਾਮ ਕਰ ਰਿਹਾ ਹੈ। ਕਿਸ ਸਮੇਂ ਕਿਸ ਨੂੰ ਦੁੱਖ ਦੇਣਾ ਹੈ, ਕਿਸ ਸਮੇਂ ਕਿਸ ਨੂੰ ਸੁਖ ਦੇਣਾ ਹੈ, ਉਹ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਕਰ ਰਿਹਾ ਹੈ। ਕਰਮਾਂ ਦੇ ਨਾਲ ਹੀ ਦੁੱਖ, ਕਰਮਾਂ ਦੇ ਨਾਲ ਹੀ ਸੁੱਖ ਆਉਂਦੇ ਨੇ। ਇਸੇ ਕਰਕੇ ਸਿਮਰਨ ਕਰਨਾ, ਗੁਰਬਾਣੀ ਪੜ੍ਹਨਾ, ਸ਼ਬਦ ਦਾ ਸੋਝੀ ਲੈਣਾ, ਕਿਉਂਕਿ ਸ਼ਬਦ ਦੀ ਜੇ ਸੋਝੀ ਹੋਏਗੀ ਤਾਂ ਗਿਆਨ ਆਏਗਾ, ਗਿਆਨ ਨਾਲ ਬੁੱਧੀ ਆਏਗੀ, ਬੁੱਧੀ ਨਾਲ ਕਰਮ ਕੀਤੇ ਜਾਣਗੇ ਚੰਗੇ। ਕਰਮਾਂ ਦਾ ਹੀ ਫਲ ਹੁੰਦਾ ਹੈ। ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਜਿੱਤ ਸਕਦੇ ਹਾਂ। ਇਹ ਜਿਹੜੇ ਸਾਡੇ ਸਰੀਰ ਦੇ ਨਾਲ 5 ਚੋਰ ਨੇ, ਅਸੀਂ ਇਸ ਨੂੰ ਜਿੱਤ ਸਕਦੇ ਹਾਂ ਸਿਰਫ ਸ਼ਬਦ ਨਾਲ। ਇਸ ਸ਼ਬਦ ਦੀ ਵਿਦਿਆ, ਇਸ ਸ਼ਬਦ ਦੀ ਵਿਦਿਆ ਨਾਲ ਹੀ ਅਸੀਂ ਉਸ ਸਰਵ-ਵਿਆਪੀ ਰਾਮ ਦੀ ਪ੍ਰਾਪਤੀ ਕਰ ਸਕਦੇ ਹਾਂ। ਉਸ ਸਰਵ-ਵਿਆਪੀ ਰਾਮ ਦੀ ਪ੍ਰਾਪਤੀ ਕਰ ਸਕਦੇ ਹਾਂ। ਜਿਸ ਕੋਲ ਸ਼ਬਦ ਦੀ ਸੋਝੀ ਹੈ ਉਸ ਦੇ ਨੇੜੇ ਉਹ ਅਕਾਲ ਪੁਰਖ ਰਹਿੰਦਾ ਹੈ, ਕਿਉਂਕਿ ਸ਼ਬਦ ਦੀ ਸੋਝੀ ਹੋਏਗੀ ਤੇ ਕੋਈ ਬੁਰੇ ਕਰਮ ਨਹੀਂ ਕਰੇਗਾ, ਕੋਈ ਬੁਰੇ ਕਰਮ ਨਹੀਂ ਕਰੇਗਾ, ਕਿਉਂਕਿ ਉਸ ਨੂੰ ਸ਼ਬਦ ਦਾ ਗਿਆਨ ਹੋਏਗਾ। ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਸਾਡਾ ਚਿੱਤ ਨਹੀਂ ਟਿਕਦਾ। ਸਾਧ ਸੰਗਤ ਜੀ, ਆਪ ਇਸ ਗੱਲ ਨੂੰ ਨਹੀਂ ਸਮਝ ਰਹੇ। ਜਦ ਵੀ ਤੁਸੀਂ
गुटका साहिब पढ़ के पाठ करोगे, उसी समय तुहाडे नेड़े कलयुग दा वास होएगा, क्योंकि कलयुग नूं समा मिलिया है। उस 10 मिनट दे शब्द नूं या 5 मिनट दे शब्द नूं पढ़दिआं तुहाडा ध्यान दूजे पासे चला जाएगा। जिवें नानक दे पातशाह ने मुल्ले नूं कहा, तू की परमात्मा दी आराधना कर रहा सी, तू ते घोड़े वेच रहा सी, अपने घोड़े वेच रहा सी, चित नहीं लगता। कारण चित क्यों नहीं लगता? असी उस शब्द नूं ध्यान नाल नहीं पढ़ते, मन नूं एकागर नहीं करते। पाठ करदिआं साडा मन डोलदा है, साडा मन डोलदा है। पातशाह कहंदे है, तू काहे डोले प्राणिया, तुझ राखेगा सिरजनहार, जिन पैदाइश तू किया सोई दे आधार। घट घट मालिक दिलां दा सच्चा परवदिगार। बई डोलना पाठ करदिआं, डोलना उते हर वेले हर थां विराजमान है, शोभनीय है। जद भी तुसी पाठ करदे हो, भावें 5 पौड़ी दा पाठ करदे हो, चित ला के करो। ये नहीं तुसी 5 बाणियां दा पाठ किया है पर चित्त तुहाडा किते होर है, उस दा फल आप जी नूं नहीं मिलेगा, नहीं मिलेगा। भावें 5 पौड़ी पढ़ लो पर चित ला के करो, तुहाडा वो जीवन सफल हो जाएगा। जो जद वो शब्द तुहाडे मन मंदिर विच वस जाणगे, तुहाडा शरीर वो पवित्र हो जाएगा। तुहाडी वो रसना नाल तुहाडा शब्द गाया सर्वव्यापी राम अकाल पुरख प्रवान कर लेगा। इक्के शब्द नूं पढ़ सकते हो, जद उस शब्द की सोझी हो जाएगी फिर दूसरा शब्द पढ़ो, ਉਹਦੇ ਭਾਵ अर्थ समझो कि पातशाही शब्द ਦੇ ਵਿੱਚ ਕੀ ਆਖ ਰਹੇ ਨੇ। यानी कि सेवा प्रवान करनी। मैं इस वीडियो ਨੂੰ ज़्यादा नहीं बनाना चाहता। वाहिगुरू मेहर करे, सरबत दा भला होवे। मैं इन्ना कहना चाहना कि इस वीडियो ਨੂੰ सबसक्राइब करना, जिहदे नाल मैं होर भी आप जी ਨੂੰ चंगी साखियां दसम गुरु दे बारे दस सकां, जिस नाल आप जी नूं ज्ञान मिले। ज्ञान नाल परम पिता परमात्मा की प्राप्ति होंदी है। गजवज की फतेह बुलाओ। वाहिगुरू जी का खालसा, वाहिगुरू जी की फतेह।